Before starting your IELTS preparation, do you guys even think or do you guys know on what basis you are going to be judged and what examiners expect from you? Yes, guys, I'm talking about marking criteria. Hello everyone, this is Parneet. I hope you all are doing good. So today in this video lesson, we are going to discuss marking criteria. Marking criteria is very important and ਤੁਹਾਨੂੰ ਉਸ ਦਾ ਪਤਾ ਹੋਣਾ ਚਾਹੀਦਾ before starting your preparation or the very first day of your preparation. ਦੇਖੋ ਹੁਣ ਤੁਸੀਂ IELTS ਦੀ prepare ਕਰਨਾ start ਕਰਤਾ, ਤੁਸੀਂ ਬਹੁਤ ਜ਼ਿਆਦਾ hard work ਕਰ ਰਹੇ ਹੋ, ਲੱਗੇ ਪਏ ਹੋ, ਆਪਣਾ ਸਾਰਾ ਦਿਨ ਸਾਰਾ time ਸਿਰਫ IELTS ਨੂੰ devote ਕਰ ਰਹੇ ਹੋ. बट विदाउट नोइंग कि सानू एग्जामिनर किस चीज़ लिए जज करनगे या फिर मेरे ऐसे दे विच मेरी स्पीकिंग दे विच आ वालियां चीज़ां लैकिंग ने मैं उन्होंने किस तरह इंप्रोवाइज करा. सो डोंट वरी गाइज, अज आप यही डिस्कस करा. सो गाइज मार्किंग क्राइटेरिया जो अज आप डिस्कस करांगे वो राइटिंग के लिए भी सेम है, स्पीकिंग के लिए भी सेम है, बट टुडे विल फोकस completely on the writing module. Writing module ਦੇ ਅੱਜ ਆਪਾਂ focus ਕਿਉਂ ਕਰਾਂਗੇ because it is the module which most of the students find ਚੈਲੰਜਿੰਗ ਹੈ ਨਾ. ਸਾਨੂੰ ਬਹੁਤ ਚੈਲੰਜਿੰਗ ਲੱਗਦਾ, ਸਾਨੂੰ ਡਿਫਿਕਲਟੀ ਲੱਗਦੀ ਹੈ, ਸਾਨੂੰ ਨਹੀਂ ਪਤਾ ਕਿ ਕੀ ਚੀਜ਼ ਅਸੀਂ ਪਾਈਏ ਤੇ ਕੀ ਚੀਜ਼ ਅਸੀਂ ਉਸਦੇ ਵਿੱਚ ਨਾ ਪਾਈਏ. ਸੋ ਐਗਜ਼ਾਮੀਨਰ ਨੇ ਆਲਰੇਡੀ ਮਾਰਕਿੰਗ ਕ੍ਰਾਈਟੇਰੀਆ ਸੈੱਟ ਕੀਤਾ ਗਿਆ. देयर आर 4 ਪੈਰਾਮੀਟਰਸ ਔਨ ਵਿਚ ਯੂਰ ਰਾਈਟਿੰਗ ਇਜ਼ ਗੋਇੰਗ ਟੂ ਬੀ ਜੱਜਡ. ਵਾਟ ਬੇਸਿਸ ਐਗਜ਼ਾਮੀਨਰਸ ਆਰ ਗੋਇੰਗ ਟੂ ਗਿਵ ਯੂ ਬੈਂਡ ਸਕੋਰ. ਠੀਕ ਹੈ, ਉਹਦੇ ਲਈ 4 ਪੈਰਾਮੀਟਰਸ ਨੇ. ਨੰਬਰ 1 ਇਜ਼ ਟਾਸਕ ਰਿਸਪੌਂਸ, ਸੈਕੰਡ ਇਜ਼ ਕੋਹਰੈਂਸ ਐਂਡ ਕੋਹੇਜਨ, third is lexical resources, fourth is grammatical range and accuracies. ਇਹ ਵਾਲੇ 4 ਪੈਰਾਮੀਟਰਸ ਨੇ ਜਿਨ੍ਹਾਂ ਦੇ ਬੇਸਿਸ ਤੇ ਤੁਹਾਡੀ ਜੱਜ ਹੋਏਗੀ, ਰਾਈਟਿੰਗ ਹੋਏਗੀ, whether you are academic student or GT student. ਠੀਕ ਹੈ, ਹੁਣ ਇਹਦੇ ਮੇਨ ਟਾਈਪਸ ਨੇ, ਫਰਦਰ ਸਬ ਟਾਈਪਸ ਵੀ ਨੇ. ਮੀਨਸ ਸਪੋਜ਼ ਅਗਰ ਆਪਾਂ ਗੱਲ ਕਰੀਏ ਟਾਸਕ ਰਿਸਪੌਂਸ ਦੀ ਤਾਂ ਉਹਦੇ ਵਿੱਚ ਤੁਸੀਂ ਕੀ ਚੀਜ਼ਾਂ ਲਿਖ ਕੇ ਆਉਣੀਆਂ ਨੇ ਸੋ ਡੈਟ ਤੁਹਾਡਾ ਟਾਸਕ ਰਿਸਪੌਂਸ ਦੇ ਵਿੱਚ ਪ੍ਰੋਪਰ ਸਕੋਰ ਆ ਸਕੇ. ਐਂਡ ਇੱਥੇ ਇੱਕ ਗੱਲ ਹੋਰ ਆਪਾਂ ਕਲੀਅਰ ਕਰਾਂਗੇ, ਡੈਟ ਇਜ਼ ਜਿਹੜੇ 4 ਪੈਰਾਮੀਟਰਸ ਨੇ, ਸਪੋਜ਼ 1 2 3 4 ਪੈਰਾਮੀਟਰਸ ਹੋ ਗਏ. ਠੀਕ ਹੈ, ਇਹ 4 ਪੈਰਾਮੀਟਰਸ ਦੀ ਐਵਰੇਜ ਕੱਢ ਕੇ ਹੀ ਉਹ ਤੁਹਾਡਾ ਫਾਈਨਲ ਸਕੋਰ ਹੈ ਜਿਹੜਾ ਉਹ ਰਿਡਿਊਸ ਕਰਦੇ ਨੇ. ਲਾਈਕ ਜੇ ਤੁਹਾਡਾ ਫਰਸਟ ਟਾਸਕ ਰਿਸਪੌਂਸ ਦੇ ਵਿੱਚ ਤੁਹਾਨੂੰ 6.5 ਮਿਲਿਆ, ਕੋਹਰੈਂਸ ਦੇ ਵਿੱਚ 6.5 ਮਿਲਿਆ ਹੈ ਨਾ, ਥਰਡ ਐਂਡ ਫੋਰਥ ਦੇ ਵਿੱਚ ਵੀ ਤੁਸੀਂ 6.5 ਲੈ ਲਿਆ ਤਾਂ ਤੁਹਾਡਾ ਓਵਰਆਲ ਸਕੋਰ 6.5 ਹੋ ਜਾਏਗਾ. ਠੀਕ ਹੈ, ਅਗਰ ਕਿਸੇ ਇੱਕ ਦੇ ਵਿੱਚ ਤੁਸੀਂ 7 ਲੈ ਲਿਆ ਬਟ ਇੱਕ ਦੇ ਵਿੱਚ ਤੁਸੀਂ 6 ਤੇ ਰਹਿ ਗਏ ਫਿਰ ਵੀ ਤੁਹਾਡਾ 6.5 ਹੋ ਜਾਏਗਾ. ਸੋ ਇੱਥੇ ਸਮਝੋ ਇੰਪੋਰਟੈਂਟ ਥਿੰਗ ਹੇਅਰ ਟੂ ਨੋਟ ਇਜ਼ ਉਹ 4 ਪੈਰਾਮੀਟਰਸ ਜਿਹੜੇ ਉਹਨਾਂ ਨੇ ਸੈੱਟ ਕੀਤੇ ਨੇ ਉਹੀ 4 ਪੈਰਾਮੀਟਰਸ ਦੇ ਵਿੱਚ 1 by 1 ਉਹ ਐਵਰੇਜ ਕੱਢ, ਓਨਲੀ ਦੈਨ ਯੋਰ ਫਾਈਨਲ ਸਕੋਰ ਇਜ਼ ਡਿਡਿਊਸ. ਫਾਈਨ, ਦੇਖੋ ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਨੇ. ਇਹ ਨਹੀਂ ਹੈ ਕਿ ਮੇਰਾ ਟਾਸਕ ਰਿਸਪੌਂਸ ਤਾਂ ਬਹੁਤ ਵਧੀਆ, ਮੈਂ ਇੰਸਟੀਟਿਊਟ ਦੇ ਵਿੱਚ ਜਾਂ ਮੈਨੂੰ ਕਿਸੇ ਮੈਮ ਨੇ, ਸਰ ਨੇ ਜਾਂ ਮੇਰੇ ਫਰੈਂਡ ਨੇ, ਸੀਨੀਅਰ ਨੇ ਮੈਨੂੰ ਦੱਸਿਆ ਸੀ ਕਿ ਟਾਸਕ ਰਿਸਪੌਂਸ ਇੰਪੋਰਟੈਂਟ ਹੋਣਾ ਬਹੁਤ ਜ਼ਰੂਰੀ ਹੈ, ਬਟ ਉਹਨਾਂ ਨੇ ਮੈਨੂੰ ਆਹ ਚੀਜ਼ਾਂ ਤਾਂ ਦੱਸੀਆਂ ਹੀ ਨਹੀਂ ਤਾਂ ਮੈਂ ਉੱਥੇ ਲੈਕ ਕਰ ਗਿਆ. ਦਿਸ ਇਜ਼ ਦ ਮੇਨ ਰੀਜ਼ਨ ਗਾਈਜ਼ ਕਿ ਅਸੀਂ 4-5 ਟਾਈਮਸ ਪੇਪਰ ਦੇ ਰਹੇ ਹਾਂ ਤੇ ਹਰ ਵਾਰ ਸਾਡਾ ਸੇਮ ਸਕੋਰ ਆ ਜਾਂਦਾ ਹੈ. ਸਾਨੂੰ 7 ਚਾਹੀਦੇ ਆ ਰਾਈਟਿੰਗ ਦੇ ਵਿੱਚ ਬਟ ਮੈਂ 6.5 ਤੇ ਹੀ ਰਹਿ ਜਾਣਾ. ਮੈਨੂੰ 6.5 ਚਾਹੀਦੇ ਆ ਬਟ ਹਮੇਸ਼ਾ ਮੇਰਾ 6 ਹੀ ਕਿਉਂ ਆ ਰਿਹਾ? ਵਾਈ? ਤੁਸੀਂ ਕਦੇ ਆਪਣੇ ਆਪ ਨੂੰ ਕੁਐਸਚਨ ਕੀਤਾ ਜ਼ਰੂਰ ਹੋਏਗਾ ਬਟ ਆਈ ਬਿਲੀਵ ਮੋਸਟ ਆਫ ਦ ਸਟੂਡੈਂਟਸ ਨੂੰ ਉਹਦਾ ਆਨਸਰ ਨਹੀਂ ਮਿਲਿਆ ਹੋਏਗਾ. ਫਾਈਨ, ਸੋ ਵਿਦਾਊਟ ਵੇਸਟਿੰਗ ਐਨੀ ਟਾਈਮ ਲੈਟਸ ਗੈਟ ਸਟਾਰਟਡ. ਨੰਬਰ 1 ਇਜ਼ ਟਾਸਕ ਰਿਸਪੌਂਸ. ਟਾਸਕ ਰਿਸਪੌਂਸ ਇਜ਼ ਵੈਰੀ ਕਰੂਸ਼ੀਅਲ. ਸਾਨੂੰ ਪਤਾ ਵੀ ਹੈ ਕਿ ਟਾਸਕ ਰਿਸਪੌਂਸ ਕੀ ਹੁੰਦਾ. ਦੇਖੋ ਟਾਸਕ ਰਿਸਪੌਂਸ ਦੇ ਵਿੱਚ ਫਰਦਰ ਸਬ ਟਾਈਪਸ ਹੁੰਦੀਆਂ ਨੇ. ਟਾਸਕ ਰਿਸਪੌਂਸ ਦਾ ਜੇ ਅਸੀਂ ਪ੍ਰੋਪਰ ਮਤਲਬ ਉੱਪਰੋਂ ਮੀਨਿੰਗ ਦੇਖੀਏ ਦੈਟ ਇਜ਼ ਕਿ ਜੋ ਕੁਐਸਚਨ ਸਟੇਟਮੈਂਟ ਆਈ ਹੈ ਨਾ, ਚਾਹੇ ਉਹ ਟਾਸਕ 1 ਅਕੈਡਮਿਕ ਦਾ, GT ਦਾ ਜਾਂ ਟਾਸਕ 2 ਹੈ ਸਾਡਾ ਰਾਈਟਿੰਗ ਦਾ, ਉਹਦੇ ਵਿੱਚ ਜੋ ਪ੍ਰੋਪਰ ਕੁਐਸਚਨ ਸਟੇਟਮੈਂਟ ਆਈ ਕਿ ਅਸੀਂ ਉਹਦੇ ਸਾਰੇ ਪਾਰਟਸ ਨੂੰ 1-on-1 ਆਨਸਰ ਕੀਤਾ, ਦੈਟ ਇਜ਼ ਇਨਕਲੂਡਿਡ ਇਨ ਯੋਰ ਟਾਸਕ ਰਿਸਪੌਂਸ. ਲਾਈਕ ਨੰਬਰ A is answer all parts of the question. ਹੁਣ ਨਾਓ ਕੁਐਸਚਨ ਆਇਆ, ਤੁਹਾਨੂੰ ਰੀਜ਼ਨਸ ਦੇ ਕੇ ਆਓ ਕਿਸੇ ਚੀਜ਼ ਦੇ, ਹੈ ਨਾ, ਇਹ ਚੀਜ਼ ਰੀਜ਼ਨਸ ਦਿਓ, ਉਹਦੇ ਕਾਰਨ ਦਿਓ. ਠੀਕ ਹੈ, ਤੇ ਉਹਦੇ ਇਫੈਕਟਸ ਦੱਸੋ ਕਿਉਂ ਹੋ ਰਿਹਾ ਤੇ ਐਂਡ ਦੇ ਵਿੱਚ ਉਹਦੇ ਸੋਲਿਊਸ਼ਨਸ ਦਿਓ. ਫਾਈਨ, ਮੈਂ ਫਟਾਫਟ ਕੁਐਸਚਨ ਪੜ੍ਹਿਆ ਤੇ ਮੈਨੂੰ ਬਹੁਤ ਜ਼ਿਆਦਾ ਉੱਥੇ ਮੈਂ ਕੁਐਸਚਨ ਪੜ੍ਹ ਕੇ ਮੈਨੂੰ ਇੰਨਾ ਜ਼ਿਆਦਾ ਮਤਲਬ ਮੇਰਾ ਮਨ ਖੁਸ਼ ਹੋ ਗਿਆ ਕਿ ਬਹੁਤ ਈਜ਼ੀ ਟੌਪਿਕ ਆ ਗਿਆ. ਮੈਨੂੰ ਤਾਂ ਐਗਰੀ ਡਿਸਐਗਰੀ ਡਿਫਿਕਲਟ ਲੱਗਦਾ ਸੀ, ਟੂ ਵਾਟ ਐਕਸਟੈਂਟ ਵਾਲੇ ਡਿਫਿਕਲਟ ਲੱਗਦੇ ਸੀ ਤੇ ਮੈਂ ਫਟਾਫਟ ਲਿਖਣਾ ਵੀ ਸਟਾਰਟ ਕੀਤਾ. ਹਾਊਐਵਰ ਮੈਂ ਉੱਥੇ ਇੱਕ ਬਲੰਡਰ ਕਮਿਟ ਕਰਤੀ ਕਿ ਮੈਂ ਪ੍ਰੈਕਟਿਸ ਕੀਤੀ ਹੋਈ ਸੀ ਰੀਜ਼ਨਸ ਤੇ ਸੋਲਿਊਸ਼ਨਸ ਦੀ ਬਟ ਮੈਂ ਜਲਦੀ ਦੇ ਵਿੱਚ ਉੱਤੇ ਇਫੈਕਟਸ ਲਿਖਣੇ ਭੁੱਲ ਹੀ ਗਿਆ. ਕੁਐਸਚਨ ਸਟੇਟਮੈਂਟ ਆਈ, डिस्कस बोथ व्यूज एंड गिव योर ओपीनियन. मैं डिस्कस बोथ व्यूज पूरा इलैबोरेट किया, एक नूं BP1 दे विच कीता, एक नूं BP2 दे विच कीता. हाउएवर मैं उत्थे की गलती कमिट की, मैं ओपीनियन देना ही भुल गई. मैं अपना क्लीयर कट ओपीनियन इंट्रोडक्शन दे विच प्रेजेंट किया ते ना ही उहदा कोई BP3 कोई होर पैराग्राफ बनाया. सो यही ब्लंडर ने जिहड़ियां असीं जल्दी दे विच कमिट कर दिंदे आ. सो गाइस अज तो बाद यू हैव टू आंसर
all parts of the question, चाहे ਤੁਹਾਨੂੰ ਉਹ टास्क 1 ਆਇਆ academic students ਨੂੰ ਕੋਈ ਪਾਈ ਚਾਰਟ ਆਇਆ, ਗ੍ਰਾਫ ਆਇਆ ਹੈ ਨਾ, ਕੋਈ ਫਲੋ ਚਾਰਟ ਆਇਆ, ਜਾਂ ਫਿਰ ਤੁਹਾਨੂੰ ਲੈਟਰ ਆਈ, ਲੈਟਰ ਦੇ ਵਿੱਚ ਬੁਲੇਟ ਪੁਆਇੰਟਸ ਲਿਖੇ ਹੁੰਦੇ ਆ, ਤਾਂ ਹਮੇਸ਼ਾ ਮਾਈਂਡਸੈਟ ਬਣਾਓ ਕਿ ਇੱਕ ਇੱਕ ਕੁਐਸਚਨ ਨੂੰ ਬਹੁਤ ਧਿਆਨ ਨਾਲ ਪੜ੍ਹੋ। ਸੋ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਆਲਵੇਜ਼ ਰੀਡ ਦ ਕੁਐਸਚਨ ਸਟੇਟਮੈਂਟ ਟਵਾਈਸ। ਉਹਦੇ ਨਾਲ ਤੁਹਾਨੂੰ ਕਲੀਅਰ ਹੋਏਗਾ ਕਿ ਕੀ ਪੁੱਛਿਆ ਐਂਡ ਵਟ ਆਈ ਐਮ ਗੋਇੰਗ ਟੂ ਰਾਈਟ, ਹੈ ਨਾ, ਮੈਂ ਕੀ ਲਿਖਣਾ ਉਹਦੇ ਵਿੱਚ। ਸੈਕਿੰਡ B is present clear opinion throughout. Now what is that? Clear opinion throughout. देखो ਤੁਹਾਡਾ ਇੱਕ opinion ਹੋਣਾ ਚਾਹੀਦਾ। ਲਾਈਕ ਤੁਸੀਂ BP1 ਦੇ ਫਰਸਟ ਪੁਆਇੰਟ ਦੇ ਵਿੱਚ ਤਾਂ ਕੁਝ ਹੋਰ ਡਿਸਕਸ ਕੀਤਾ ਤੇ ਸਡਨਲੀ ਤੁਸੀਂ ਜੰਪ ਕਰ ਲਿਆ, ਜਦੋਂ ਸੈਕਿੰਡ ਪੁਆਇੰਟ ਦੱਸਣਾ ਸੀ ਉਹ ਤੁਸੀਂ ਕਿਤੇ ਹੋਰ ਹੀ ਲੈ ਗਏ, ਠੀਕ ਹੈ। ਮਤਲਬ ਇੱਕ ਫਲੋ ਹੋਣਾ ਚਾਹੀਦਾ, ਇੱਕ ਚੀਜ਼ ਦੇ ਨਾਲ ਦੂਸਰੀ ਚੀਜ਼ ਦਾ ਲਿੰਕ ਹੋਣਾ ਚਾਹੀਦਾ। opinion ਜਿਹੜਾ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਦਿੱਤਾ, ਥੀਸਿਸ ਦੇ ਵਿੱਚ ਲਿਖਿਆ ਕਿ what I am going to write in BP1 and BP2, ਉਹੀ ਤੁਹਾਡਾ opinion ਕਲੀਅਰ ਕੱਟ ਹੋਣਾ ਚਾਹੀਦਾ ਥਰੂ ਆਊਟ। ਇਹ ਨਹੀਂ ਕਿ BP1 ਦੇ ਵਿੱਚ ਤੁਸੀਂ ਫਰਸਟ ਪੁਆਇੰਟ ਨੂੰ ਕਿਤੇ ਹੋਰ ਹੀ ਲੈ ਗਏ, ਐਗਜ਼ਾਮਪਲ ਵੀ ਤੁਸੀਂ ਕੋਈ ਹੋਰ ਹੀ ਦੇਤੀ, ਇਸ ਤਰ੍ਹਾਂ ਨਹੀਂ ਕਰਨਾ। ਫਾਈਨ। ਸੀ ਮੇਨ ਆਈਡੀਆ, ਸਪੋਰਟਿੰਗ ਆਈਡੀਆ ਐਂਡ ਕਨਕਲੂਜਨ, ਠੀਕ ਹੈ। ਹੁਣ ਦੇਖੋ ਕਲੀਅਰ ਕੱਟ ਓਪੀਨੀਅਨ ਦੇ ਲਈ ਇਹ ਚੀਜ਼ਾਂ ਵੀ ਤੁਹਾਨੂੰ ਬਹੁਤ ਮੈਟਰ ਕਰਨਗੀਆਂ, ਬਹੁਤ ਕ੍ਰੂਸ਼ੀਅਲ ਰੋਲ ਪਲੇ ਕਰਨਗੀਆਂ ਜਦੋਂ ਤੁਸੀਂ ਆਪਣੇ ਆਈਡੀਆਜ਼ ਨੂੰ ਇਲੈਬੋਰੇਟ ਕਰੋਗੇ, ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਮੇਨ ਆਈਡੀਆ ਪ੍ਰੈਜ਼ੈਂਟ ਕਰੋਗੇ। ਗਾਈਸ ਇਹ ਤੇ ਮੈਂ ਡੈਡੀਕੇਟਿਡ 2-3 ਵੀਡੀਓਜ਼ ਆਲਰੇਡੀ ਬਣਾ ਚੁੱਕੀ ਹਾਂ, ਜਿਹਦਾ ਤੁਹਾਡਾ ਰਿਸਪੌਂਸ ਬਹੁਤ ਵਧੀਆ ਆਇਆ ਸੀ। ਐਂਡ ਇਫ ਯੂ ਵਾਂਟ ਮੋਰ ਵੀਡੀਓਜ਼ ਕਿ ਸਾਨੂੰ ਆਈਡੀਆਜ਼ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਸਾਨੂੰ ਨਹੀਂ ਲਿਖਣੇ ਆਉਂਦੇ, ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਇਲੈਬੋਰੇਟ ਕਰੀਏ, ਡੂ ਰਾਈਟ ਇਨ ਦਾ ਕਮੈਂਟ ਸੈਕਸ਼ਨ। ਓਕੇ, ਸਭ ਤੋਂ ਪਹਿਲਾਂ ਮੇਨ ਆਈਡੀਆ ਤੁਹਾਡਾ ਹੋਣਾ ਚਾਹੀਦਾ ਹੈ। ਸਪੋਜ਼ ਤੁਹਾਨੂੰ ਕੋਈ ਵੀ ਟੌਪਿਕ ਆਇਆ, ਸਪੋਜ਼ ਇਹੀ ਟੌਪਿਕ ਆਇਆ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕ ਸਿਟੀਜ਼ ਦੇ ਵਿੱਚ ਮੂਵ ਕਰ ਰਹੇ ਨੇ, ਹੈ ਨਾ, ਉਹ ਵਿਲੇਜਿਸ ਦੇ, ਰੂਰਲ ਏਰੀਆਜ਼ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੇ। ਉਹਦੇ ਰੀਜ਼ਨਸ ਕੀ ਨੇ? ਨੰਬਰ 1 ਰੀਜ਼ਨ ਕੀ ਹੋ ਸਕਦਾ ਹੈ? ਅਨਐਮਪਲੋਇਮੈਂਟ ਹੋ ਸਕਦਾ ਹੈ। ਨੰਬਰ 2 ਰੀਜ਼ਨ ਕੀ ਹੋ ਸਕਦਾ ਹੈ? ਲੈਕ ਆਫ ਫੈਸਿਲਿਟੀਜ਼ ਹੋ ਸਕਦਾ ਹੈ, ਠੀਕ ਹੈ। ਸੋ ਮੇਨ ਆਈਡੀਆ, ਸਪੋਜ਼ ਅਨਐਮਪਲੋਇਮੈਂਟ ਹੋ ਗਿਆ ਤਾਂ ਉਹ ਸਾਡਾ ਮੇਨ ਆਈਡੀਆ ਹੋ ਗਿਆ। ਇਹ ਨਹੀਂ ਕਿ ਅਸੀਂ ਇੱਕ ਲਾਈਨ ਅਨਐਮਪਲੋਇਮੈਂਟ ਦੀ ਲਿਖ ਕੇ ਫਿਰ ਕੋਈ ਐਗਜ਼ਾਮਪਲ ਲਿਖਤੀ ਤੇ ਬਸ ਸਾਡਾ ਪੁਆਇੰਟ ਹੋ ਗਿਆ। ਹਮੇਸ਼ਾ ਇਹ ਗੱਲ ਤੁਹਾਡੇ ਮਾਈਂਡ ਦੇ ਵਿੱਚ ਹੋਣੀ ਚਾਹੀਦੀ ਹੈ, ਜਦੋਂ ਤੁਸੀਂ ਇਹ ਚੀਜ਼ ਨੂੰ ਐਕਸਪਲੇਨ ਕਰਨਾ, ਮੀਨਸ BPs ਨੂੰ ਲਿਖਣਾ ਹੈ, ਤਾਂ ਤੁਸੀਂ ਇਸ ਤਰ੍ਹਾਂ ਲਿਖਣਾ ਹੈ ਕਿ ਐਗਜ਼ਾਮੀਨਰ ਨੂੰ ਕੁਝ ਨਹੀਂ ਪਤਾ। ਉਹ ਸਾਰਾ ਟੌਪਿਕ ਐਗਜ਼ਾਮੀਨਰ ਨੂੰ ਕਲੀਅਰ ਹੋਏਗਾ ਕਿਸ ਦੇ ਥਰੂ? ਮੇਰੇ BPs ਦੇ ਥਰੂ। ਮੀਨਸ ਮੈਂ ਮੇਨ ਆਈਡੀਆ ਪਹਿਲਾਂ ਦਊਂਗਾ, ਫਿਰ ਮੈਂ ਉਹਨੂੰ ਇਲੈਬੋਰੇਟ ਕਰੂੰਗਾ ਬਾਈ ਗਿਵਿੰਗ ਸਪੋਰਟਿੰਗ ਆਈਡੀਆ। ਫਿਰ ਅਗਰ ਮੇਰੇ ਕੋਲ ਇੱਕ ਵਧੀਆ ਐਗਜ਼ਾਮਪਲ ਹੈ, ਮੈਂ ਐਗਜ਼ਾਮਪਲ ਵੀ ਪ੍ਰੋਵਾਈਡ ਕਰੂੰਗਾ। ਐਂਡ ਗਾਈਸ ਫੇਕ ਐਗਜ਼ਾਮਪਲਸ ਨਾ ਦਿਆ ਕਰੋ, ਆਲਵੇਜ਼ ਗਿਵ ਰੀਅਲ ਐਗਜ਼ਾਮਪਲਸ, ਠੀਕ ਹੈ। ਐਂਡ ਦੇ ਵਿੱਚ ਉਹਨੂੰ ਕਨਕਲੂਡ ਕਰਨਾ ਵੀ ਬਹੁਤ ਜ਼ਰੂਰੀ ਹੈ, ਠੀਕ ਹੈ। ਕਨੈਕਟਰਸ ਲਗਾ ਕੇ ਦਸ, ਹੈਂਸ, ਹੈਂਸਫੋਰਥ, ਦੇਅਰ ਅਪॉन, ਇਹ ਚੀਜ਼ਾਂ ਲਗਾ ਕੇ ਉਹਨੂੰ ਕਨਕਲੂਡ ਵੀ ਕਰੋ। ਮੀਨਸ ਇੱਕ BP ਨੂੰ ਸੇਮ ਵੇ ਸੈਕਿੰਡ ਨੂੰ ਵੀ ਕਰੋ। ਫਾਈਨ। ਇਸ ਤਰੀਕੇ ਨਾਲ ਐਗਜ਼ਾਮੀਨਰ ਦੇ ਮਾਈਂਡ 'ਚ ਕੋਈ ਡਾਊਟ ਨਹੀਂ ਰਹੇਗਾ ਕਿ ਬੱਚਾ ਅੱਗੇ ਕੀ ਲਿਖਣਾ ਚਾਹ ਰਿਹਾ ਸੀ। ਉਹਦੇ ਮਾਈਂਡ 'ਚ ਮੀਨਸ ਪੜ੍ਹਦੇ ਪੜ੍ਹਦੇ ਕੋਈ ਕੁਐਸਚਨ ਨਹੀਂ ਆਉਣਾ ਚਾਹੀਦਾ ਕਿ ਇਹਨੇ ਇਹ ਚੀਜ਼ ਇਲੈਬੋਰੇਟ ਕਿਉਂ ਨਹੀਂ ਕੀਤੀ, ਫਿਰ ਤੁਹਾਡਾ 7 ਬੈਂਡ ਦਾ ਸਕੋਰ ਕਿਤੇ ਵੀ ਨਹੀਂ ਗਿਆ। ਫਾਈਨ। ਸੋ ਆਈ ਹੋਪ past response is clear to you guys. Second is coherence and cohesion. Now what's that coherence and cohesion guys? देखो coherence ਹੁੰਦਾ ਹੈ ਲਿੰਕ ਕਰਨਾ। ਤੁਸੀਂ ਇੱਕ ਪੁਆਇੰਟ ਲਿਖਿਆ, ਉਹਨੂੰ ਦੂਸਰੇ ਦੇ ਨਾਲ ਲਿੰਕ ਕਰਨਾ। ਤੁਸੀਂ ਇੱਕ BP ਲਿਖਿਆ, ਉਹਨੂੰ ਦੂਸਰੇ ਦੇ ਨਾਲ ਲਿੰਕ ਕਰਨਾ ਜੇ ਸੇਮ ਚੀਜ਼ਾਂ ਲਿਖ ਰਹੇ ਹੋ, ਠੀਕ ਹੈ। ਉਹ ਹੁੰਦਾ ਲਿੰਕ ਕਰਨਾ, ਲਿੰਕਿੰਗ ਡਿਵਾਈਸ ਯੂਜ਼ ਕਰਕੇ। ਮੀਨਸ ਤਾਲਮੇਲ ਬਿਠਾਉਣਾ ਕਿਸੇ ਚੀਜ਼ ਦਾ। ਇਹ ਨਹੀਂ ਕਿ ਪਹਿਲਾਂ ਕੁਝ ਹੋਰ ਲਿਖ ਰਹੇ ਹੋ ਫਿਰ ਕਿਤੇ ਹੋਰ ਚਲੇ ਗਏ, ਕੋਈ ਲਿੰਕ ਨਹੀਂ ਹੋ ਰਿਹਾ, ਠੀਕ ਹੈ। ਕਿਸ ਦੀ ਹੈਲਪ ਦੇ ਨਾਲ ਤੁਸੀਂ ਤਾਲਮੇਲ ਬਿਠਾ ਸਕਦੇ ਹੋ? ਵਿਦ ਦਾ ਹੈਲਪ ਆਫ ਕੋਹੈਸਿਵ ਡਿਵਾਈਸਿਸ, ਕੋਹੇਸ਼ਨ ਦੇ ਨਾਲ। ਫਾਈਨ। ਪੁਆਇੰਟਸ ਦੇਖੋ ਇਸ ਦੇ। ਨੰਬਰ 1 ਇਜ਼ ਪੈਰਾਗ੍ਰਾਫਿੰਗ ਲੌਜੀਕਲੀ। ਇਹਦੇ ਵਿੱਚ ਬਹੁਤ ਸਿੰਪਲ ਪੁਆਇੰਟਸ ਨੇ। ਪੈਰਾਗ੍ਰਾਫਿੰਗ ਲੌਜੀਕਲੀ ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਫਿਰ ਵੀ ਅਸੀਂ ਕਈ ਵਾਰ ਬਲੰਡਰ ਕਮਿਟ ਕਰ ਦਿੰਦੇ ਹਾਂ। ਵਾਟ ਇਜ਼ ਦਿਸ? ਇਹ ਹੁੰਦਾ ਹੈ ਸਪੋਜ਼ ਦਿਸ ਇਜ਼ ਯੋਰ ਆਂਸਰ ਸ਼ੀਟ, ਹੈ ਨਾ। ਇੱਧਰ ਵੀ ਉਨੀ ਹੀ ਜਗ੍ਹਾ ਛੱਡਣੀ ਹੈ, ਇੱਧਰ ਵੀ ਉਨੀ ਜਗ੍ਹਾ ਛੱਡਣੀ ਹੈ, ਠੀਕ ਹੈ। ਲੈਫਟ ਰਾਈਟ ਦੋਨੋਂ ਮਾਰਜਨਸ ਤੇ ਇਕੁਅਲ ਹੋਣੇ ਚਾਹੀਦੇ ਨੇ। ਸਪੋਜ਼ ਤੁਸੀਂ ਇੰਟਰੋਡਕਸ਼ਨ ਇੱਥੋਂ ਸਟਾਰਟ ਕੀਤੀ, ਇੰਟਰੋਡਕਸ਼ਨ ਤੁਸੀਂ ਲਿਖੀ 5 to 6 ਲਾਈਨਸ ਦੀ, ਜਾਂ ਲੈਟਸ ਸੇ ਤੁਸੀਂ 40 to 55 ਵਰਡਸ ਲਿਖ ਕੇ ਆਏ, ਤੇ ਜਿੰਨੇ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਲਿਖ ਕੇ ਆ ਰਹੇ ਹੋ ਉਹਦੇ ਨਾਲ ਮਿਲਦਾ ਜੁਲਦਾ ਹੀ ਤੁਹਾਡਾ ਕਨਕਲੂਜਨ ਹੋਣਾ ਚਾਹੀਦਾ, ਠੀਕ ਹੈ। ਇਹਦੇ ਵਿੱਚ 40 to 50 ਵਰਡਸ ਹੋ ਸਕਦੇ ਨੇ, ਥੋੜਾ ਬਹੁਤ ਉੱਪਰ ਨੀਚੇ ਹੋ ਸਕਦਾ ਹੈ, ਬਟ ਇਹ ਨਹੀਂ ਕਿ ਉਹ ਤਾਂ ਤੁਸੀਂ 40 to 60 ਵਰਡਸ ਦੀ ਲਿਖਤੀ ਬਟ ਤੁਸੀਂ ਕਨਕਲੂਜਨ ਸਿਰਫ 20 ਵਰਡਸ ਦਾ ਲਿਖਿਆ। ਇਸ ਤਰ੍ਹਾਂ ਨਹੀਂ ਕਰਨਾ। ਸੇਮ ਗੋਜ਼ ਫॉर द BPs। BP ਤੁਸੀਂ ਸਟਾਰਟ ਕੀਤਾ, ਇਹਦੇ ਵਿੱਚ ਤੁਸੀਂ 12 to 15 ਲਾਈਨਸ ਲਿਖੀਆਂ BP1 ਦੇ ਵਿੱਚ, ਤਾਂ ਤੁਸੀਂ ਸੈਕਿੰਡ ਦੇ ਵਿੱਚ ਵੀ 12 to 13 ਲਿਖ ਦਿਓ, 40 ਲਿਖ ਦਿਓ। ਮੀਨਸ ਥੋੜਾ ਇਕੁਅਲ ਵੇਟੇਜ ਦਾ ਹੋਣਾ ਚਾਹੀਦਾ, ਠੀਕ ਹੈ। ਦੇਖਣ ਨੂੰ ਵੀ ਉਹ ਵਧੀਆ ਲੱਗੇ ਤੇ ਲਿਖਿਆ ਵੀ ਉਸ ਤਰ੍ਹਾਂ ਹੀ ਹੋਵੇ। ਸੈਕਿੰਡ ਇੰਪੋਰਟੈਂਟ ਪੁਆਇੰਟ ਇਜ਼ ਜੇ ਤੁਸੀਂ ਇੰਟਰੋਡਕਸ਼ਨ ਇੱਥੋਂ ਸਟਾਰਟ
लिख के BP1 भी इत्थों ही स्टार्ट करोगे, BP2 भी, कंक्लूजन भी, ठीक है। ये नहीं करना कि पैराग्राफ्स बना के स्टार्ट कर रहे हो या फिर इंट्रोडक्शन तो मार्जिन तो स्टार्ट करती बट BP2 का तुसी पैरा बनाता, इस तरह नहीं गाइस करना। ये दिखने भी बहुत गंदा लगता है, बहुत कॉमन चीज़ है बट ये ब्लंडर कमिट नहीं करना। गाइस एक पैराग्राफिंग लॉजिकली बहुत सिंपल चीज़ है बट ये ऊपर भी तुहाडा बैंड स्कोर है जिहड़ा वो ये बेसिस ते भी दिता जा रहा है। फाइन, सो एवरीथिंग इज वेरी क्रूशियल। हर एक चीज़ नूं ध्यान नाल समझो कदों IELTS स्टार्ट करन तो पहला। फाइन, second is use cohesive devices effectively. Now what does it mean? Cohesive devices ਜਦੋਂ ਅਸੀਂ use ਕਰਾਂਗੇ means ਤਾਲਮੇਲ ਬਿਠਾਉਣ ਲਈ, ਲਿੰਕ ਕਰਨ ਲਈ। cohesion ਜਦੋਂ ਅਸੀਂ use ਕਰਾਂਗੇ like transitional verbs, phrases ਜਾਂ verbs ਹੋ ਗਈਆਂ, ਉਹਨਾਂ ਨੂੰ ਤੁਸੀਂ one on one effectively use ਕਰਨਾ means in an accurate manner use ਕਰਨਾ। ਇਹ ਨਹੀਂ ਕਿ ਸਾਨੂੰ ਨਹੀਂ ਪਤਾ ਬਟ ਅਸੀਂ ਉਹਨੂੰ ਗਲਤ use ਕਰ ਰਹੇ ਹਾਂ, ਫਿਰ ਵੀ ਤੁਹਾਡਾ ਬੈਂਡ ਸਕੋਰ ਕੱਟੇਗਾ ਹੀ ਕੱਟੇਗਾ, ਇੱਕ ਪੈਨਲਟੀ ਤੁਹਾਨੂੰ ਮਿਲ ਸਕਦੀ ਹੈ। Next is cohesion should not be faulty or mechanical. Now first understand what is faulty। ਹੁਣ ਦੇਖੋ ਤੁਸੀਂ यूज कर रहे हो ਉਹਦੇ ਵਿੱਚ cohesive devices यूज कर रहे हो है ना, cohesion ਦੇ ਲਈ, coherence ਦੇ ਲਈ linking devices यूज कर रहे हो। suppose ਤੁਸੀਂ but यूज कर रहे हो, while यूज कर रहे हो, nevertheless यूज कर रहे हो। however ਤੁਹਾਨੂੰ ਇਹ ਨਹੀਂ ਪਤਾ ਕਿ ਉਹਦੀ correct usage ਕੀ ਹੋ ਰਹੀ ਹੈ, ਠੀਕ ਹੈ। यूज ਕਰਨਾ ਸੀ but ਤੁਸੀਂ ਉੱਥੇ while ਪਾਤਾ ਤਾਂ that is faulty। ਸਾਨੂੰ ਨਹੀਂ ਪਤਾ means ਅਸੀਂ ਉਹ ਚੀਜ਼ यूज ਕੀਤੀ but ਅਸੀਂ ਉਹਨੂੰ ਗਲਤ attempt ਕੀਤਾ, so that's called faulty। second is mechanical। Now what's mechanical? So you guys always use connectors है ना, ਸਾਨੂੰ ਹਮੇਸ਼ਾ ਕਿਹਾ ਜਾਂਦਾ ਕਿ connectors ਲਿਖ ਕੇ ਆਓ, BP1 ਦੇ ਵਿੱਚ 2 to 3, 3 to 4 connectors ਪਾਓ, BP2 ਦੇ ਵਿੱਚ ਵੀ ਪਾਓ, ਬਟ ਸਾਨੂੰ ਨਾਲ ਦੀ ਨਾਲ ਇਹ ਨਹੀਂ ਦੱਸਿਆ ਜਾਂਦਾ ਕਿ ਕਿਹੜੇ connectors use ਕਰੋ ਹੈ ਨਾ, ਜਾਂ ਫਿਰ ਪੋਜ਼ਿਟਿਵਲੀ ਕਿਹੜੇ connectors ਹੁੰਦੇ ਆ, ਨੈਗੇਟਿਵਲੀ ਕਿਹੜੇ ਹੁੰਦੇ ਆ, ਕੰਟਰਾਡਿਕਟਲੀ ਕਿਹੜੇ ਹੁੰਦੇ ਆ। ਗਾਇਸ देयर इज अ लिस्ट ऑफ connectors, ਤੁਸੀਂ ਉਹ ਉਹਦੇ ਅਕੋਰਡਿੰਗ ਲਈ ਹੀ यूज ਕਰੋ, ਠੀਕ ਹੈ। ਲਾਈਕ ਸਪੋਜ਼ ਤੁਸੀਂ BP1 ਲਿਖਿਆ, BP1 ਤੁਸੀਂ ਬਹੁਤ ਵਧੀਆ ਲਿਖਿਆ, ਠੀਕ ਹੈ, ਪ੍ਰੋਪਰ ਐਕਸਪਲੇਨ ਕੀਤਾ, ਮੇਨ ਆਈਡੀਆ, ਸਪੋਰਟਿੰਗ ਆਈਡੀਆ, ਐਗਜ਼ਾਮਪਲ ਐਂਡ ਐਂਡ ਦੇ ਵਿੱਚ ਕਨਕਲੂਡ ਵੀ ਕੀਤਾ। ਹਾਊਐਵਰ ਤੁਸੀਂ ਸਟਾਰਟ ਕਰਨ ਦੇ ਲਈ ਆਪਣਾ ਮੇਨ ਆਈਡੀਆ ਤੁਸੀਂ ਫਰਸਟਲੀ ਯੂਜ਼ ਕਰਤਾ, ਠੀਕ ਹੈ, ਸੈਕੰਡਲੀ ਤੁਸੀਂ ਸੈਕੰਡਲੀ ਯੂਜ਼ ਕਰ ਰਹੇ ਹੋ, ਥਰਡਲੀ ਤੁਸੀਂ ਥਰਡਲੀ ਯੂਜ਼ ਕਰ ਰਹੇ ਹੋ। ਇਟਸ ਕਾਲਡ ਮਕੈਨੀਕਲ ਐਰਰ, ਠੀਕ ਹੈ। ਸਾਨੂੰ ਪਤਾ ਹੈ ਇਹ ਚੀਜ਼, ਮਤਲਬ ਸਾਨੂੰ ਪਤਾ ਹੈ ਪਰ ਜਾਣ ਬੁੱਝ ਕੇ ਅਸੀਂ ਕਰ ਰਹੇ ਹਾਂ, ਜਾਂ ਫਿਰ ਮੇਰੇ ਤੋਂ ਹੋ ਗਿਆ, ਮੈਨੂੰ ਪਤਾ ਹੈ ਇਹਦੀ ਜਗ੍ਹਾ ਹੋਰ ਵੀ ਬਹੁਤ ਵਧੀਆ ਕਨੈਕਟਰਸ ਨੇ ਟੂ ਕਮੈਂਸ ਵਿਦ, ਅਪਾਰਟ ਫਰੋਮ ਦਿਸ, ਬਿਸਾਈਡ ਦਿਸ, ਫਰਦਰ ਮੋਰ ਓਵਰ, ਇਹ ਤਾਂ ਸਾਰਿਆਂ ਨੂੰ ਪਤਾ। ਸੋ ਇਹ ਚੀਜ਼ਾਂ ਨਾ ਯੂਜ਼ ਕਰੋ, ਠੀਕ ਹੈ। ਇਹਦੀ ਜਗ੍ਹਾ ਦੂਸਰੇ ਕਨੈਕਟਰਸ, ਲਿੰਕਿੰਗ ਡਿਵਾਈਸ ਯੂਜ਼ ਕਰੋ। फोर्थ इज यूज क्लियर रेफरेंसिंग। नाउ क्लियर रेफरेंसिंग ਦਾ मीनिंग ਹੁੰਦਾ ਹੈ काउंटेबल एंड अनकाउंटेबल चीज़ों का डिफरेंस ਤੁਹਾਨੂੰ क्लियर होना चाहिए, ਤੁਹਾਨੂੰ पता होना चाहिए किथे दिस यूज होएगा, किथे दीज यूज होएगा, किथे दे यूज होएगा, किथे दैम, किथे दोज, ठीक है। तो ਉਹਦੇ ਵਿੱਚ ਤੁਸੀਂ ਕਨਫਿਊਜ਼ਨ ਨਹੀਂ ਕਰਨੀ। सो थर्ड इज लैक्सिकल रिसोर्स। नाउ लैक्सिकल रिसोर्स ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ। नंबर 1 ए इज सफिशिएंट रेंज ऑफ वोकैबुलरी। ਹੁਣ ਦੇਖੋ ਗਾइस, ਇਹ ਅਸੀਂ ਸਟਾਰਟਿੰਗ ਤੋਂ ਹੀ ਸਾਨੂੰ ਪਤਾ ਹੁੰਦਾ, ਚਾਹੇ ਕਿਸੇ ਨੇ ਪੇਪਰ ਦਿੱਤਾ ਹੈ ਚਾਹੇ ਨਹੀਂ ਦਿੱਤਾ, ਫਸਟ ਟਾਈਮ ਅਟੈਂਪਟ ਕਰ ਰਿਹਾ, ਸੈਕਿੰਡ ਥਰਡ ਟਾਈਮ ਕਰ ਰਿਹਾ, ਕਿ ਸਾਨੂੰ ਵੋਕੈਬਲਰੀ ਵਧੀਆ ਯੂਜ਼ ਕਰਨੀ ਹੀ ਪਏਗੀ। ਨਾਓ ਇਫ ਯੂ ਕੁਡ ਨਾਟ ਯੂਜ਼ ਵਾਈਡ ਰੇਂਜ ਆਫ ਵੋਕੈਬਲਰੀ, ਤਾਂ ਤੁਹਾਡੇ ਐਸੇ ਦੇ ਵਿੱਚ ਐਟ ਲੀਸਟ देयर शुड बी गुड रेंज ऑफ वोकैबलरी, है ना, सफिशिएंट। बहुत ज़्यादा वोकैबलरी ਉਹ ਚਾਹੁੰਦੇ ਵੀ ਨਹੀਂ ਕਿ ਤੁਸੀਂ ਇੰਨੀ ਵੋਕੈਬਲਰੀ ਲਿਖ ਦਿਓ। ਐਂਡ ਯੈਸ, ਇੱਥੇ ਇੱਕ ਚੀਜ਼ ਹੋਰ ਬਹੁਤ ਇੰਪੋਰਟੈਂਟ ਹੈ ਨੋਟ ਕਰਨ ਵਾਲੀ, ਕਿ ਗਲਤ ਯੂਜ਼ ਨਾ ਕਰੋ। ਅਗਰ ਤੁਹਾਨੂੰ ਲੱਗਦਾ ਹੈ ਕੋਈ ਤੁਹਾਨੂੰ ਵੋਕੈਬਲਰੀ ਵਰਡ ਆਉਂਦਾ ਹੈ, ਤੁਸੀਂ ਸਿੱਖਿਆ ਹੈ ਨਾ, ਬਟ ਤੁਸੀਂ ਫਾਈਨਲ ਐਗਜ਼ਾਮ ਦੇ ਵਿੱਚ ਨਰਵਸ ਹੋ, ਤਾਂ ਉੱਥੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਉਹਦੀ ਐਗਜ਼ੈਕਟ ਯੂਜ਼ੇਜ ਉਹ ਕੰਪੈਟੀਬਲ ਹੈ ਸੈਂਟੈਂਸ ਦੇ ਵਿੱਚ ਯੂਜ਼ ਕਰਨ ਲਈ ਜਾਂ ਨਹੀਂ, ਤਾਂ ਤੁਸੀਂ ਕਨਫਿਊਜ਼ ਹੋ ਤਾਂ ਨਾ यूज करो। या फिर तुहानू कन्फ्यूजन है स्पैलिंग्स दे विच कि स्पैलिंग्स गलत तो नहीं हो जाएंगे अगर ए वाला वर्ड यूज करूंगा, उन्हें ना यूज करो। दैन इट्स ऑलवेज बेटर टू यूज सिंपल वंस, है ना, सिंपल वर्ड्स तुसी यूज करो। बट अगर कर सकते हो गुड रेंज ऑफ वोकैबुलरी तो होनी ही होनी चाहिए, वेदर इट्स योर राइटिंग और स्पीकिंग मॉड्यूल। क्लियर। सेकंड इज देयर शुड बी फ्यू स्पेलिंग एरर्स। सो अगर स्पेलिंग एरर्स 1 या 2 ਹੁੰਦੀਆਂ ਨੇ, ਐਗਜ਼ਾਮੀਨਰਸ ਉਹਨੂੰ ਕੰਸੀਡਰ ਕਰ ਲੈਂਦੇ ਆ, ਬੈਂਡ ਸਕੋਰ ਨਹੀਂ ਵੀ ਡਿਡਕਟ ਹੁੰਦਾ, ਠੀਕ ਹੈ। ਬਟ ਅਗਰ ਉੱਥੇ ਬਹੁਤ ਜ਼ਿਆਦਾ ਸਪੈਲਿੰਗਸ ਐਰਰ ਨੇ, ਤੁਸੀਂ ਹਰ ਇੱਕ ਪੈਰਾਗ੍ਰਾਫ ਦੇ ਵਿੱਚ ਇੰਟਰੋਡਕਸ਼ਨ ਹੈ ਚਾਹੇ ਤੁਹਾਡਾ ਕਨਕਲੂਜਨ ਹੈ 3-4 ਸਪੈਲਿੰਗ ਐਰਰਸ ਕਰ ਰਹੇ ਹੋ, ਦੈਨ ਗਾਈਜ਼ ਤੁਹਾਡਾ ਬੈਂਡ ਸਕੋਰ, ਡਿਜ਼ਾਇਰਡ ਬੈਂਡ ਸਕੋਰ ਤਾਂ ਕਦੇ ਵੀ ਨਹੀਂ ਆਏਗਾ, ਤੁਹਾਨੂੰ ਪੈਨਲਟੀ ਮਿਲੇਗੀ। ਸਟਾਰਟਿੰਗ ਤੋਂ ਹੀ ਤੁਸੀਂ ਕੀ ਕਰ ਸਕਦੇ ਹੋ, ਵੋਕੈਬਲਰੀ ਐਂਡ ਸਪੈਲਿੰਗਸ ਦੀਆਂ ਸੈਪਰੇਟ ਨੋਟਬੁੱਕਸ ਲਗਾ ਸਕਦੇ ਹੋ। ਇਸੇ ਤਰੀਕੇ ਨਾਲ ਤੁਹਾਡੀ ਪ੍ਰੈਕਟਿਸ ਹੋਏਗੀ। ਜਿਹੜੇ ਸਪੈਲਿੰਗਸ गलत ने उन्होंने हमेशा एवरी डे 5 to 5, है ना, 5 टाइम्स उन्होंने प्रैक्टिस करो। वोकेबलरी वर्ड्स की जिमें जिमें लिस्ट बनती जा रही है, ये नहीं कि मैं संडे को ही बैठ के उसकी प्रैक्टिस करूँगा, नहीं, बहुत जरूरी है रेगुलर बेसिस से प्रैक्टिस करना जरूरी है। इस तरीके नाल ही उन्होंने इंप्रोवाइजेशन होएगी, ठीक है। C is avoid repetition, it's a very important step, ठीक है। नाउ देखो क्वेश्चन स्टेटमेंट जो आई ਉਹਨੂੰ ਤਾਂ ਤੁਸੀਂ ਸੋਚ ਲਓ ਕਿ ਮੈਂ ਉਹਦੇ ਵਾਲੇ ਵਰਡਸ ਤਾਂ ਕਦੇ ਵੀ ਰਿਪੀਟ ਨਹੀਂ ਕਰਨੇ। ਕੁਐਸਚਨ ਦੇ ਵਿੱਚ ਥਿੰਕ ਆਇਆ
ਜਾਂ ਫਿਰ ਬਿਲੀਵ ਆਇਆ, ਉਹ ਵਰਡਸ ਤਾਂ ਐਟਲੀਸਟ ਮੇਰੀ ਇੰਟਰੋਡਕਸ਼ਨ ਤੇ BP1 ਦੇ ਵਿੱਚ ਤਾਂ ਰਿਪੀਟ ਨਾ ਹੋਣ। ਅਗਰ ਮੈਨੂੰ ਜ਼ਿਆਦਾ ਵੋਕੈਬਲਰੀ ਨਹੀਂ ਆਉਂਦੀ ਤਾਂ BP2 ਔਰ ਕਨਕਲੂਜਨ ਦੇ ਵਿੱਚ ਤੁਸੀਂ ਫਿਰ ਵੀ ਉਹਨਾਂ ਨੂੰ ਯੂਜ਼ ਕਰ ਸਕਦੇ ਹੋ। ਬਟ ਉਹਨੇ ਪੁੱਛਿਆ ਥਿੰਕ, ਸਮ ਪੀਪਲ ਥਿੰਕ, ਹੈ ਨਾ, ਤਾਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਵੀ ਥਿੰਕ ਲਿਖੀ ਜਾ ਰਹੇ ਹੋ, ਬਹੁਤ ਨੈਗੇਟਿਵ ਇੰਪ੍ਰੈਸ਼ਨ ਪਾਏਗਾ। ਇਹ ਚੀਜ਼ਾਂ ਨੂੰ ਸਟਾਰਟਿੰਗ ਤੋਂ ਹੀ ਰੈਕਟੀਫਾਈ ਕਰਨਾ ਸਟਾਰਟ ਕਰੋ। ਕੁਐਸਚਨ ਸਟੇਟਮੈਂਟ ਨੂੰ ਕਦੇ ਵੀ ਰਿਪੀਟ ਨਾ ਕਰੋ। ਐਂਡ ਜਦੋਂ ਵੀ ਤੁਸੀਂ ਪੈਰਾਫਰੇਜ਼ਿੰਗ ਕਰਦੇ ਹੋ ਹਮੇਸ਼ਾ ਉੱਥੇ ਪੈਸਿਵ ਸਟੇਟਮੈਂਟ ਯੂਜ਼ ਕਰੋ। ਜਦੋਂ ਪੈਸਿਵ ਸਟੇਟਮੈਂਟ ਯੂਜ਼ ਕਰੋਗੇ ਇਟ ਵਿਲ ਡੈਫੀਨੇਟਲੀ ਵਰਕ ਐਂਡ ਤੁਹਾਡਾ 7 ਸਕੋਰ ਕਿਤੇ ਵੀ ਨਹੀਂ ਗਿਆ ਜਦੋਂ ਤੁਸੀਂ ਪੈਸਿਵ ਸਟੇਟਮੈਂਟ ਯੂਜ਼ ਕਰਕੇ ਵਧੀਆ ਸਟਰਕਚਰਸ ਪਾ ਕੇ ਆਓਗੇ। ਫਾਈਨ। Now, if you have doubt on structures, ਤੁਹਾਨੂੰ ਨਹੀਂ ਆਉਂਦੇ, ਮੈਂ already dedicated video ਬਣਾ ਚੁੱਕੀ ਹਾਂ and I'll drop the link in the description box. Do check it. ਬਹੁਤ important role play ਕਰਦਾ and ਤੁਹਾਡੀ writing ਨੂੰ ਇੱਥੋਂ ਇੱਥੇ ਲੈ ਕੇ ਜਾਏਗਾ, I promise. Fourth is, last one is grammatical range and accuracy. So as the name suggests, grammar ਤੁਹਾਡੀ ਠੀਕ ਹੋਣੀ ਚਾਹੀਦੀ ਹੈ, ਠੀਕ ਹੈ। Variety of complex structure, there should be variety. ਇਹ ਨਹੀਂ ਕਿ ਹਮੇਸ਼ਾ BP1 BP2 ਦੇ ਵਿੱਚ simple sentences ਲਿਖੀ ਜਾ ਰਹੇ ਹੋ, ਉਹਦੇ ਨਾਲ 5.56 ਵੀ ਆ ਸਕਦੇ ਨੇ ਬਟ 6.57 7.5 ਕਦੇ ਵੀ ਨਹੀਂ ਆਉਣਗੇ। वर्क करो अपने सेंटेंस स्ट्रक्चर्स पे, कंपाउंड नहीं यूज कर सकते, एटलीस्ट कॉम्प्लेक्स यूज करके आओ, कंडीशनल फर्स्ट कंडीशनल सेंटेंस यूज करके आओ, ठीक है। तो वैरायटी ते अपनी ते फोकस करो, वो चीज़ां लैके आओ। वैरायटी एग्जामिनर नूं भी पढ़ते पढ़ते इंटरस्ट बने, एग्जामिनर नूं भी पता लगे कि बच्चे ने इत्थों पहला सिंपल यूज किया सी फिर वो एकदम कंप्लैक्स से आ गया, BP2 दे विच उहने कंडीशनल यूज किया, है ना। ये चीज़ां बहुत गुड इंप्रैशन तुहाडा बनाउणगियां। सैकेंड इज पंक्चुएशन। गाइस, पंक्चुएशन इज द बैकबोन ऑफ एनी एसे, है ना, या टास्क 1 लेटर राइटिंग है या फिर ग्राफ्स दी या फ्लो चार्ट लिख रहे हो। पंक्चुएशन ਨੂੰ ਨਾ ਅਸੀਂ ਬਹੁਤ ਲਾਈਟਲੀ ਲੈ ਲੈਂਦੇ ਹਾਂ। ਮੈਂ ਬਹੁਤ ਜ਼ਿਆਦਾ ਸਟੂਡੈਂਟਸ ਨੂੰ ਐਨਕਾਊਂਟਰ ਕੀਤਾ ਹੈ ਨਾ। ਦੇਖੋ, ਪੰਕਚੁਏਸ਼ਨ ਇਹੀ ਨਹੀਂ ਹੁੰਦਾ ਕਿ ਲਾਈਨ ਖਤਮ ਹੋਈ ਤੇ ਅਸੀਂ ਫੁੱਲ ਸਟਾਪ ਪਾਇਆ, ਨੈਕਸਟ ਵਰਡ ਸਾਡਾ ਕੈਪੀਟਲ ਹੋਣਾ ਚਾਹੀਦਾ ਹੈ। ਇਹੀ ਪੰਕਚੁਏਸ਼ਨ ਨਹੀਂ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਕੋਮਾ ਆਏਗਾ, ਕਿੱਥੇ ਸੈਮੀਕੋਲਨ, ਕੋਈ ਚੀਜ਼ ਇਨਵਰਟਿਡ ਕੋਮਾਸ ਦੇ ਵਿੱਚ ਤਾਂ ਨਹੀਂ ਪਾਉਣੀ, ਹੈ ਨਾ। ਜਾਂ ਫਿਰ ਸਪੋਜ਼ ਤੁਸੀਂ ਕਨੈਕਟਰਸ ਨੂੰ ਇਨ ਬਿਟਵੀਨ ਸੈਂਟੈਂਸਿਸ ਯੂਜ਼ ਕਰ ਰਹੇ ਹੋ, ਅੱਗੇ ਪਿੱਛੇ ਕੋਮਾ ਹੋਣਾ ਚਾਹੀਦਾ ਜਾਂ ਸੈਮੀਕੋਲਨ ਹੋਣਾ ਚਾਹੀਦਾ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਵਰਕ ਕਰੋ ਔਨ ਯੋਰ ਪੰਕਚੁਏਸ਼ਨ ਫਰੋਮ ਦ ਡੇ 1, ਠੀਕ ਹੈ। ਲਾਸਟ ਬਟ ਨਾਟ ਦ ਲੀਸਟ ਇਜ਼ ਯੋਰ ਟੈਂਸਿਸ, ਦੈਟ ਇਜ਼ ਤੁਹਾਡੇ ਜਿਹੜੇ ਵੀ ਸੈਂਟੈਂਸਿਸ ਤੁਸੀਂ ਲਿਖ ਰਹੇ ਹੋ ਉਹ ਗ੍ਰਾਮੈਟਿਕਲੀ ਕਰੈਕਟ ਹੋਣੇ ਚਾਹੀਦੇ ਨੇ। ਐਂਡ ਗਾਈਜ਼, ਇਫ ਯੂ ਵਾਂਟ ਮੀ ਟੂ ਮੇਕ ਵੀਡੀਓਜ਼ ਔਨ ਟੈਂਸਿਸ, ਹੈ ਨਾ, ਤੁਹਾਨੂੰ ਕਨਫਿਊਜ਼ਨ ਹੁੰਦੀ ਹੈ ਟੈਂਸਿਸ ਦੇ ਵਿੱਚ ਕਿ ਸਾਨੂੰ ਨਹੀਂ ਕਲੀਅਰ ਹੈਗੇ ਕਿੱਥੇ ਕਿਹੜਾ ਟੈਂਸ ਯੂਜ਼ ਹੁੰਦਾ, ਸੋ ਡੋਂਟ ਫੋਰਗੇਟ ਟੂ ਰਾਈਟ ਇਨ ਦ ਕਮੈਂਟ ਸੈਕਸ਼ਨ। ਮੈਂ ਟੈਂਸਿਸ ਦੇ ਵੀਡੀਓਜ਼ ਵੀ ਅਪਲੋਡ ਕਰਨੀਆਂ ਸਟਾਰਟ ਕਰ ਦੂੰਗੀ। ਸੋ ਆਈ ਹੋਪ ਮਾਰਕਿੰਗ ਕ੍ਰਾਈਟੇਰੀਆ ਸਪੈਸ਼ਲੀ ਫॉर द ਰਾਈਟਿੰਗ ਮੋਡਿਊਲ ਤੁਹਾਨੂੰ ਕਲੀਅਰ ਹੋ ਗਿਆ। ਟਾਸਕ ਰਿਸਪੌਂਸ, coherence and cohesion, lexical resource and grammatical range of accuracy. So now promise me guys कि from the very first day of your preparation या फिर तुसी continue करता ते तुहानू clear नहीं है, अज ही बैठ के तुसी पहला मार्किंग क्राइटेरिया क्लियर करोगे, वर्क करोगे अपने लैकिंग एरियाज से, मैं कितने लैक कर रही हूँ उस चीज़ में मैं किस तरह रेक्टिफाई करा। एंड इफ यू फाइंड द वीडियो यूजफुल एंड हेल्पफुल, प्लीज सब्सक्राइब टू माई चैनल, एंड इफ यू हैव एनी डाउट्स डू राइट मी इन द कॉमेंट सेक्शन। थैंक यू सो मच, बाय बाय, टेक केयर।